आगे बच्चों? हाँ जी। प्रोजेक्ट हो गया? हाँ जी। वाह, ਤੁਹਾਨੂੰ ਵੀ ਨਾ ਬਾਣੀ ਦਾ ਬੜਾ ਸ਼ੌਕ ਚੜ ਗਿਆ ਇਹ ਤਾਂ ਸਹੀ ਗੱਲ ਆ। ਫਿਰ ਅਸੀਂ ਪੌੜੀ ਪੜੀਏ। हाँ जी। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हुक्मी होवन आकार, हुक्म ना कया जाई, हुक्मी होवन जी, हुक्म मिलै वड्याई, हुक्मी उत्तम नीच, हुक्म लिख दुख सुख पाइए, इक ना हुक्मी बख्शीस, इक हुक्मी सदा पवाइए, हुक्म अंदर सबको, बाहर हुक्म ना कोई, नानक हुक्म जे बुझे, ता होमै कहे ना कोई। ਬੱਚਿਓ, ਅਸੀਂ ਤੁਹਾਡੇ ਪ੍ਰੋਜੈਕਟ ਤੋਂ ਪਹਿਲੇ ਇਤਨੀ ਗੱਲ ਸਮਝੇ ਕਿ ਨਾਨਕ ਹੁਕਮੇ ਜੇ ਬੂਝੇ ਤਾਂ ਹਉਮੈ ਕਹੇ ਨਾ ਕੋਏ। ਵੀ ਜੇ ਹੁਕਮ ਨੂੰ ਬੂਝ ਲਿਆ ਜਾਏ, ਹੁਕਮ ਨੂੰ ਔਰ ਹਉਮੈ ਦੀ ਪੂਰੀ ਤਰ੍ਹਾਂ ਜਾਣ ਪਛਾਣ ਹੋ ਜਾਏ, ਹਉਮੈ ਦਾ ਸਾਨੂੰ ਸੁਭਾਅ ਪਤਾ ਲੱਗ ਜਾਏ, ਫਿਰ ਅਸੀਂ ਹਉਮੈ ਵਾਲੇ ਰਾਹ 'ਤੇ ਨਹੀਂ ਤੁਰਦੇ। ਇੱਕ ਵਾਰੀ ਸਾਨੂੰ ਗੁਣਾਂ ਦੇ ਰਾਹ ਦਾ ਸਵਾਦ ਆ ਜਾਏ, ਫਿਰ ਅਸੀਂ ਔਗੁਣਾਂ ਵਾਲੇ ਰਾਹ 'ਤੇ ਨਹੀਂ ਤੁਰਦੇ। ਠੀਕ ਹੈ ਨਾ? हाँ जी। ਹੁਣ ਪਾਤਸ਼ਾਹ ਕਹਿੰਦੇ ਨੇ, ਆਖਰੀ ਪੰਕਤੀ ਕਰਦੇ ਪਿਆ ਸੀ, हाँ जी। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹੁਕਮੇ ਅੰਦਰ ਸਾਰੇ ਹੁਕਮ ਵਿੱਚ ਆ, ਸਾਰੀ ਕੁਦਰਤ ਹੁਕਮ ਵਿੱਚ ਹੈ, ਸਾਰੇ ਮਨੁੱਖ ਹੁਕਮ ਵਿੱਚ ਨੇ, ਹੈ ਨਾ? ਸਾਰੇ ਜੀਵ ਜੰਤੂ ਹੁਕਮ ਵਿੱਚ ਨੇ, ਅਤੇ ਜਿਹੜੇ ਵੀ ਹੁਕਮ ਵਿੱਚ ਚੱਲਦਾ ਹੈ ਉਹਨਾਂ ਨੂੰ ਇੱਕ ਸੁਭਾਅ ਮਿਲਿਆ ਹੋਇਆ ਹੈ, ਉਹ ਆਪਣੇ ਗੁਣਾਂ ਨੂੰ ਸੰਭਾਲ ਕੇ ਰੱਖਦੇ ਨੇ। ਅੱਗੇ ਕਹਿੰਦੇ ਨੇ ਬਾਹਰ ਹੁਕਮ ਨਾ ਕੋਈ, ਹੁਕਮ ਤੋਂ ਬਾਹਰ, ਹੁਕਮ ਤੋਂ ਦੂਰ, ਹੁਕਮ ਤੋਂ ਅਲੱਗ ਕੋਈ ਹੁੰਦਾ ਹੀ ਨਹੀਂ ਹੈ। ਬੜੀ ਬੜੀ ਪਿਆਰੀਆਂ ਜਿਹੀਆਂ ਗੱਲਾਂ ਜੇ ਧਿਆਨ ਨਾਲ ਸਮਝੋ, हाँ जी। ਹੈ ਨਾ? ਆਖਰੀ ਪੰਕਤੀ 'ਚ ਹੁਕਮ ਤੇ ਹਉਮੈ ਦੋਨੋਂ ਦੱਸੇ ਸੀ, ਪਰ ਇਹਦੇ 'ਚ ਕਹਿੰਦੇ ਨੇ ਹੁਕਮ ਤੋਂ ਬਾਹਰ ਕੋਈ ਹੈ ਨਹੀਂ। ਇਸ ਦਾ ਮਤਲਬ ਕੀ ਹੋਇਆ? ਹਉਮੈ ਵੀ ਹੁਕਮ ਵਿੱਚ ਹੈ। हाँ जी। ਹੁਕਮ ਵਿੱਚ ਹੈ ਨਾ ਹਉਮੈ ਵੀ। ਮਤਲਬ ਰੱਬ ਦੀ ਮਰਜ਼ੀ ਵਿੱਚ ਤੇ ਅਸੀਂ ਹੁਕਮ ਵਿੱਚ ਆਉਂਦੇ ਹੀ ਹਾਂ, ਪਰ ਜਦੋਂ ਅਸੀਂ ਮਨ ਮਰਜ਼ੀ 'ਚ ਆ, ਤਦ ਵੀ ਸਾਡੇ ਉੱਤੇ ਇੱਕ ਵੱਖਰਾ ਹੁਕਮ ਜਾਂ ਕਹਿ ਲਓ ਨਿਯਮ, ਇੱਕ ਵੱਖਰਾ ਸਾਡੇ ਉੱਤੇ ਕਾਨੂੰਨ ਲਾਗੂ ਹੋਏਗਾ। हाँ जी। ਹੈ ਨਾ? ਹੁਣ ਤੁਹਾਨੂੰ ਅਗਰ ਬਿਲਕੁਲ ਕਲੀਅਰ ਹੋ ਗਿਆ ਤੇ ਨਾਲ ਹੀ ਮੈਂ ਤੁਹਾਨੂੰ ਸੌਖੇ ਲਫ਼ਜ਼ਾਂ 'ਚ ਦੱਸਾਂ। ਹੁਣੇ ਮੈਂ ਤੁਹਾਡੀ ਮੰਮੀ ਨਾਲ ਵੀ ਸਾਂਝ ਪਾ ਰਹੀ ਸੀ, ਪਤਾ ਹੈ? ਤੁਸੀਂ ਜਦੋਂ ਜਾਂਦੇ ਹੋ ਫਿਰ ਅਸੀਂ ਆਪਣੀਆਂ ਗੱਲਾਂ ਕਰਦੇ ਹਾਂ। हाँ जी। ਤੇ ਅਸੀਂ ਇਹ ਗੱਲ ਕਰ ਰਹੇ ਸੀ ਕਿ ਜਦੋਂ ਅਸੀਂ ਹੈਲਦੀ ਫੂਡ ਖਾਂਦੇ ਹਾਂ ਫਿਰ ਤੇ ਸਾਡੀ ਬੋਡੀ ਫਿਟ ਰਹੇਗੀ, हाँ जी। ਪਰ ਜਦੋਂ ਅਸੀਂ ਅਨਹੈਲਦੀ ਫੂਡ ਖਾਵਾਂਗੇ ਫਿਰ ਬੋਡੀ ਦੇ ਵਿੱਚ ਜੋ ਵੀ ਨੁਕਸਾਨ ਹੋਣਾ ਹੈ ਉਹ ਵੀ ਹੋਏਗਾ 100%। ਉਹ ਸਾਡੇ ਕਿਸੇ ਹੋਰ, ਅਸੀਂ ਕਹੀਏ ਕਿ ਮੈਂ ਕਿਸੇ ਤੀਰਥ 'ਤੇ ਜਾ ਕੇ ਜਾਂ ਮੈਂ ਕੋਈ ਹੋਰ ਧਰਮ ਦਾ ਕੰਮ ਪਾਪ ਪੁੰਨ ਵਿਚਾਰ ਕੇ ਕਰਾਂ ਅਤੇ ਮੇਰਾ ਖਾਧਾ ਹੋਇਆ ਜਿਹੜਾ ਮੈਂ ਫੈਟੀ ਭੋਜਨ ਖਾਧਾ ਉਹਦਾ ਮੈਨੂੰ ਨੁਕਸਾਨ ਨਹੀਂ ਹੋਏਗਾ। ਗੁਰੂ ਪਾਤਸ਼ਾਹ ਕਹਿੰਦੇ ਨਹੀਂ ਹੋਏਗਾ, ਜ਼ਰੂਰ ਹੋਏਗਾ। ਜੇ ਪਾਣੀ ਕੁਦਰਤੀ ਸੁਭਾਅ ਵਿੱਚ ਵਹਿੰਦਾ ਹੈ ਅਤੇ ਪਾਣੀ ਦਾ ਇੱਕ ਇਹ ਸੁਭਾਅ ਵੀ ਹੈ, ਜੇ ਉਹ ਵਹਿੰਦਾ ਨਹੀਂ ਹੈ, ਰੁਕਦਾ ਹੈ, ਅਤੇ ਰੁਕੇ ਹੋਏ ਪਾਣੀ 'ਚ ਹਮੇਸ਼ਾ ਕਾਈ ਵੀ ਜੰਮਦੀ ਹੈ। ਦੇਖਦੇ ਹੋ ਕਾਈ, ਉਹ ਹਰਿਆਲੀ ਹੈ ਨਾ? ਤੇ ਉਹ ਫਿਰ ਉਹ ਸਲਿਪ ਕਰਦਾ ਜਿਸ ਤੇ ਪੈਰ, ਹਰੀ ਹਰੀ, ਤੇ ਉਹ ਜੇ ਪਾਣੀ ਵਗਦਾ ਨਹੀਂ ਹੈ ਤੇ ਕਾਈ ਜੰਮੇਗੀ ਨਾ, ਤੇ ਇਹ ਵੀ ਪੱਕਾ ਜੰਮੇਗੀ। ਜੇ ਅਸੀਂ ਰੱਬ ਦੀਆਂ ਮਰਜ਼ੀਆਂ ਤੋਂ ਹੁਕਮ ਦੇ ਪੁੱਠੇ ਚੱਲਾਂਗੇ,
ਅਸੀਂ ਸੋਚ ਸਮਝ ਕੇ ਗੁਣਾਂ ਵਾਲਾ ਜੀਵਨ ਨਹੀਂ ਜੀਵਾਂਗੇ ਤੇ ਫਿਰ ਸਾਡੇ ਅੰਦਰ ਔਗੁਣ ਵਧਣਗੇ, ਡਰ ਵਧੇਗਾ, ਲਾਲਚ ਵਧੇਗਾ, ਵੈਰ ਵਧੇਗਾ, ਅਸੀਂ ਡਿਸਕ੍ਰਿਮੀਨੇਸ਼ਨ ਕਰਾਂਗੇ, ਅਸੀਂ ਕੋੜੇ ਬੋਲ ਬੋਲਾਂਗੇ। ਇਹਨੂੰ ਕਹਿੰਦੇ ਬਾਹਰ ਹੁਕਮ ਨਾ ਕੋਏ। ਠੀਕ ਹੈ। ਜਦੋਂ ਵੀ ਬੱਚੇ ਪਾੜੀ, ਕਿਉਂਕਿ ਤੁਸੀਂ ਨਵਾਂ ਪਾਠ ਕਰਨਾ ਸ਼ੁਰੂ ਕੀਤਾ, ਤੁਹਾਡੇ ਐਸੇ ਨਾ ਸਾਰੀਆਂ ਗੱਲਾਂ ਬਹੁਤ ਸਵਾਦਲੀਆਂ ਹੋਣਗੀਆਂ ਕਿ ਪਹਿਲਾਂ ਤੇ ਸਾਰੀਆਂ ਪੌੜੀਆਂ ਆਪਸ ਵਿੱਚ ਅੱਗੇ ਜਾਣਗੀਆਂ। ਫਿਰ ਜਦੋਂ ਅਸੀਂ ਪੌੜੀ ਨੂੰ ਸਮਝਣਾ ਹੈ, ਆਖਰੀ ਪੰਕਤੀ ਤੋਂ ਸਮਝਣਾ ਹੈ। ਹਰ ਪੌੜੀ ਦੀ ਆਖਰੀ ਪੰਕਤੀ ਵੀ ਆਪਸ ਵਿੱਚ ਅਸੀਂ ਮੇਲ ਕਰ ਸਕਦੇ ਹਾਂ, ਕਰ ਸਕਦੇ ਹਾਂ ਨਾ। ਹਾਂਜੀ। ਇੱਕ ਹੁਕਮ ਵਿੱਚ ਚੱਲਣਾ, ਪਰ ਜਦੋਂ ਹੁਕਮ ਵਿੱਚ ਚੱਲਾਂਗੇ, ਰੱਬ ਦੀ ਮਰਜ਼ੀ ਚੱਲਾਂਗੇ ਤੇ ਫਿਰ ਆਪਣੀ ਮਰਜ਼ੀ ਨਹੀਂ, ਇੱਕ ਚੀਜ਼ ਹੋਏਗੀ, ਜਾਂ ਆਪਣੀ ਮਰਜ਼ੀ ਜਾਂ ਰੱਬ ਦੀ ਇੱਕ ਚੀਜ਼ ਹੋਏਗੀ ਨਾ। ਹਾਂਜੀ। ਦੋ ਚੀਜ਼ਾਂ ਨਹੀਂ ਹੋ ਸਕਦੀ, ਹੋ ਹੀ ਨਹੀਂ ਸਕਦੀ, ਜਾਂ ਹੈਲਦੀ ਜਾਂ ਅਨਹੈਲਦੀ, ਜਾਂ ਬਿਮਾਰ ਜਾਂ ਤੰਦਰੁਸਤ, ਜਾਂ ਮੈਲੇ ਜਾਂ ਸਾਫ। ਠੀਕ ਹੈ ਨਾ। ਹਾਂਜੀ। ਸੋ ਹੁਣ ਅਸੀਂ ਆਖਰੀ ਪੰਕਤੀ ਸਮਝ ਕੇ ਪਹਿਲੀ ਪੰਕਤੀ ਸਮਝਾਂਗੇ। ਇਹ ਹੈਗਾ ਬੜਾ ਸੁੰਦਰ ਤਰੀਕਾ, ਉਹਦੇ ਨਾਲ ਸਾਨੂੰ ਬਾਣੀ ਸੌਖੀ ਸਮਝ ਆਉਂਦੀ ਹੈ। ਭਾਵੇਂ ਅਸੀਂ ਉੱਤੋਂ ਸਮਝ ਕੇ ਆਈਏ, ਪਰ ਜਦੋਂ ਅਸੀਂ ਥੱਲੋਂ ਸਮਝ ਕੇ ਜਾਂਦੇ ਹਾਂ ਨਾ, ਸਾਨੂੰ ਇੱਕ ਵੱਖਰਾ ਜਿਹਾ, ਬਿਲਕੁਲ ਜਿਹਨੂੰ ਕਹਿੰਦੇ ਨਾ ਕਲੀਅਰ ਗੱਲ, ਸਪਸ਼ਟ ਗੱਲ, ਉਹ ਸਮਝ ਆ ਜਾਂਦੀ ਹੈ। ਆਖਰੀ ਪੰਕਤੀ ਤੋਂ ਬੜਾ ਸਵਾਦ ਸਾਨੂੰ ਆ ਗਿਆ। ਹੁਣ ਪਹਿਲੀ ਪੰਕਤੀ ਹੈ, ਹੁਕਮੀ ਹੋਵਨ ਆਕਾਰ। ਤੁਹਾਨੂੰ ਪਤਾ ਹੈ ਆਕਾਰ ਕਿਹਨੂੰ ਕਹਿੰਦੇ ਹੈ? ਦਾਦੀ ਸ਼ੇਪ ਨੂੰ। ਹਾਂ, ਤੇ ਆਕਾਰ ਦਾ ਮਤਲਬ ਬਾਹਰਲੀ ਸ਼ਕਲ, ਸੂਰਤ, ਸ਼ੇਪ ਵੀ ਮਨੁੱਖਾਂ ਦੀ, ਜਾਨਵਰਾਂ ਦੀ ਸ਼ਕਲ। ਆਕਾਰ ਤੋਂ ਹੀ ਤਾਂ ਪਛਾਣਨੇ ਆ ਕਿਹੜਾ ਜਾਨਵਰ ਹੈ। ਹਾਂਜੀ। ਆਕਾਰ ਤੋਂ ਹੀ ਤਾਂ ਪਤਾ ਲੱਗ ਰਿਹਾ ਮੈਲਾ ਹੈ ਜਾਂ ਸਾਫ਼ ਹੈ। ਹਾਂਜੀ। ਠੀਕ ਹੈ ਨਾ ਸੋਹਣਿਓ। ਤੇ ਹੁਕਮ ਵਿੱਚ ਆਵਾਂਗੇ, ਹੋਮੇ ਵਿੱਚ ਨਹੀਂ ਆਵਾਂਗੇ ਤੇ ਸਾਨੂੰ ਆਕਾਰ ਮਿਲੇਗਾ। ਇੱਕ ਤੇ ਹੋ ਗਿਆ ਜਿਵੇਂ ਅਸੀਂ ਹਮੇਸ਼ਾ ਸਮਝਦੇ ਆ, ਕੁਦਰਤ ਦਾ ਸਾਰਾ ਆਕਾਰ। ਹੁਣ ਇੰਝੇ ਹੀ ਤੁਸੀਂ ਕਰ ਰਹੇ ਹੋ ਪ੍ਰੋਜੈਕਟ ਕਰ ਰਹੇ ਹੋ ਪੋਲੂਸ਼ਨ ਦਾ। ਹਾਂਜੀ। ਤੁਸੀਂ ਜਦੋਂ ਲੋਕਡਾਊਨ ਪੀਰੀਅਡ ਆਇਆ ਸੀ, ਅਸੀਂ ਸਾਰੇ ਕਹਿੰਦੇ ਸੀ ਨਾ ਕਿ ਸਾਰੇ ਅਸੀਂ ਲੋਕ ਬਾਹਰ ਨਹੀਂ ਨਿਕਲ ਰਹੇ ਤੇ ਪੋਲੂਸ਼ਨ ਹਵਾ ਵਿੱਚ ਵੀ ਨਹੀਂ ਹੈ, ਪੋਲੂਸ਼ਨ ਸਾਊਂਡ ਦਾ ਵੀ ਨਹੀਂ ਹੈ, ਪੋਲੂਸ਼ਨ ਨਹੀਂ ਸੀ ਨਾ, 에ਅਰ ਦਾ ਵੀ ਨਹੀਂ ਸੀ। ਪੋਲੂਸ਼ਨ ਖਤਮ ਹੋਣਾ ਸ਼ੁਰੂ ਹੋ ਗਿਆ ਸੀ। ਹਾਂ, ਖਤਮ ਹੋਣਾ ਸ਼ੁਰੂ ਹੋ ਗਿਆ ਸੀ ਉਹਦਾ ਕੀ ਕਾਰਨ ਸੀ? ਕਿਉਂਕਿ ਅਸੀਂ ਗੰਦਗੀ ਨਹੀਂ ਮਚਾ ਰਹੇ ਸੀ। ਕਿਉਂਕਿ ਅਸੀਂ ਬਾਹਰ ਨਹੀਂ ਨਿਕਲਦੇ। ਅਗਰ ਅਸੀਂ ਮਤਲਬ ਜਿਸ ਤਰ੍ਹਾਂ ਹੁਣ ਕਾਰ ਚਲਾ ਰਹੇ ਹਾਂ ਤੇ ਉਸ ਤੋਂ ਮਤਲਬ ਅਗਰ ਅਸੀਂ ਮਤਲਬ ਤੁਸੀਂ ਕਹਿ ਲਓ ਧੂਆਂ ਛੱਡਦੀ ਹੈ, ਧੂਆਂ ਛੱਡਦੀ ਹੈ ਤੇ ਉਸ ਤੋਂ ਵੀ ਤੇ ਪੋਲੂਸ਼ਨ ਹੁੰਦਾ ਹੈ, ਪਰ ਲੇਕਿਨ ਕੋਈ ਗਾੜੀ ਚਲਾ ਹੀ ਨਹੀਂ ਰਿਹਾ ਸੀ ਤੇ ਇਸ ਕਰਕੇ ਪੋਲੂਸ਼ਨ ਥੋੜਾ ਘਟ ਗਿਆ। ਬਿਲਕੁਲ। ਤੇ ਹੁਣ ਇਹ ਦੋਨੋਂ ਹੁਕਮ ਹੋ ਗਏ ਨਾ। ਅਗਰ ਮੇਰੀ ਗੱਡੀ ਧੂਆਂ ਛੱਡਦੀ ਹੈ, ਪੋਲੂਸ਼ਨ ਹੋਏਗਾ। ਤੇ ਕੁਦਰਤ ਦਾ ਤੇ ਨਿਯਮ ਹੈ ਕਿ ਕੁਦਰਤੀ ਹਵਾ ਤੇ ਸਾਫ਼ ਹੁੰਦੀ ਹੈ। ਪੇੜ, ਆਕਸੀਜਨ, ਕਾਰਬਨ ਡਾਈਆਕਸਾਈਡ ਸਾਰਾ ਜਾਣਦੇ ਹੋ, ਵਾਟਰ ਸਾਈਕਲ ਸਾਰੀ ਜਾਣਦੇ ਹੋ। ਉਹ ਤੇ ਪੂਰਾ ਸੋਹਣਾ ਆਕਾਰ ਹੈ, ਪਰ ਉਸ ਆਕਾਰ ਨੂੰ ਖਰਾਬ ਵੀ ਤੇ ਅਸੀਂ ਕਰਦੇ ਹਾਂ। ਹਾਂਜੀ। ਅਸੀਂ ਆਕਾਰ ਖਰਾਬ ਕਰਦੇ ਹਾਂ, ਹੁਕਮ ਵਿੱਚ ਆਕਾਰ ਹੁੰਦੇ ਨੇ। ਠੀਕ ਹੋ ਗਈ ਗੱਲ? ਹਾਂਜੀ। ਅੱਗੇ ਕਹਿੰਦੇ ਨੇ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮ ਦੱਸਿਆ ਨਹੀਂ ਜਾ ਸਕਦਾ। ਹੁਣ ਹੁਕਮ ਅਸੀਂ ਕਿਵੇਂ ਦੱਸ ਸਕਦੇ ਹਾਂ? ਆਪਣੇ ਜੀਵਨ ਤੋਂ ਹੀ ਸਮਝੋ ਬੱਚਿਓ। ਜਦੋਂ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਕੋਈ ਆਪਣੀ ਪੇਂਟਿੰਗ ਕਰੋ, ਤੁਸੀਂ ਪੇਂਟਿੰਗ ਕਰਦੇ ਹੋ, ਡਰਾਇੰਗ ਕਰਦੇ ਹੋ, ਕਰਾਫਟ ਕਰਦੇ ਹੋ, ਹੈ ਨਾ, ਤੇ ਤੁਸੀਂ ਮੈਨੂੰ ਕਰਕੇ ਸਮਝਾ ਸਕਦੇ ਹੋ ਜਾਂ ਗੱਲਾਂ ਨਾਲ? ਕਰਕੇ ਸਮਝਾਓਗੇ। ਕਰਕੇ ਫਿਰ ਤੁਸੀਂ ਪੂਰਾ ਪਹਿਲੇ ਆਪਣੇ ਨਾ ਅੰਦਰ ਆਈਡੀਆਜ਼ ਲਵੋਗੇ, ਉਹਨਾਂ ਆਈਡੀਆਜ਼ ਨੂੰ ਤੁਸੀਂ ਆਪਣੀ ਕਾਪੀ ਤੇ ਫਰੇਮ ਵਿੱਚ ਕਰੋਗੇ। ਪਹਿਲੇ ਸਾਰਾ ਕੁਝ ਸਾਡੇ ਮਾਈਂਡ ਵਿੱਚ ਬਣਦਾ ਹੈ। ਦਾਦੀ ਉਹਨੂੰ ਪਹਿਲੇ ਕਾਪੀ ਵਿੱਚ ਲਿਖਣਾ ਪੈਂਦਾ ਹੈ ਕਿ ਪਹਿਲੇ ਇਸ ਦੀ ਆਊਟਲਾਈਨਿੰਗ ਕਰਾਂਗੇ, ਫਿਰ ਇਹਦੇ ਵਿੱਚ ਕਲਰ ਕਰਾਂਗੇ ਤਾਂ ਇਹ ਬਾਹਰ ਨਹੀਂ ਨਿਕਲੇਗਾ। ਉਸ ਦਾ ਵੀ ਧਿਆਨ ਰੱਖਣਾ ਪੈਂਦਾ ਹੈ। हाँ, इसका मतलब है हर चीज़ ਦਾ ਨਿਯਮ ਔਰ ਗਿਆਨ ਦੋਨੋਂ ਚੀਜ਼ਾਂ ਚਾਹੀਦੀਆਂ ਨੇ। ਹਾਂਜੀ। ਸ਼ੇਪ ਬਣਾਉਣੀ ਹੈ, ਇਹ ਇੱਕ ਨਿਯਮ ਹੈ।
ਪਰ ਸ਼ੇਪ ਦੇ ਵਿੱਚ ਕਿਵੇਂ ਬਣਾਉਣੀ ਹੈ, ਕਿਵੇਂ ਕਲਰ ਕਰਨੇ ਹੈ, ਇਹਨੂੰ ਕੀ ਕਹਿੰਦੇ ਨੇ? ਗਿਆਨ। ਦੋਨੋਂ ਚੀਜ਼ਾਂ ਚਾਹੀਦੀਆਂ, ਹੁਕਮ ਬੂਝੇ, ਤੇ ਜੇ ਬੂਝਿਆ ਨਹੀਂ ਤੇ ਕਲਰ ਬਾਹਰ ਹੋਮੇ। ਠੀਕ ਹੋ ਗਈ ਬੱਚਿਓ? ਆਪਣੇ ਜੀਵਨ ਤੋਂ ਹੀ ਸਾਰਾ ਕੁਝ ਸਮਝੋਗੇ, ਪਰ ਹੁਕਮ ਨੂੰ ਗੱਲਾਂ ਨਾਲ ਨਹੀਂ ਦੱਸ ਸਕਦੇ, ਕਰਕੇ। ਹੁਕਮ ਕੋਈ ਵੀ ਗੱਲਾਂ ਨਾਲ ਨਹੀਂ ਦੱਸਿਆ ਜਾ ਸਕਦਾ। ਸਾਨੂੰ ਹਰ ਕੰਮ ਨੂੰ ਜਦੋਂ ਪ੍ਰੈਕਟੀਕਲੀ ਜੀਣਾ, ਅਸੀਂ ਬਾਰ-ਬਾਰ ਇਸ ਗੱਲ ਨੂੰ ਕਹਿੰਦੇ ਆ, ਹੁਕਮ ਵਿੱਚ ਹੋਵਾਂਗੇ ਤੇ ਗੁਣ ਸੰਭਲਣਗੇ। ਕਿਸੇ ਨੂੰ ਕਿਵੇਂ ਸਮਝ ਆਏਗਾ ਜਦ ਤੱਕ ਉਹਨੂੰ ਪ੍ਰੈਕਟੀਕਲੀ ਜੀਵੇਗਾ ਨਹੀਂ? ਹਾਂਜੀ। ਮੈਨੂੰ ਗੱਡੀ ਚਲਾਉਣ ਦੀ ਕਿਵੇਂ ਸਮਝ ਆਏਗੀ ਟ੍ਰੈਫਿਕ ਦੇ ਵਿੱਚ ਜਦ ਤੱਕ ਮੈਂ ਟ੍ਰੈਫਿਕ ਦੇਖਿਆ ਨਹੀਂ, ਕਿੱਧਰੋਂ ਕਿਹੜੀ ਸਾਈਕਲ ਆ ਰਹੀ ਹੈ, ਕਿੱਧਰੋਂ ਕੋਈ ਪੈਦਲ ਆ ਰਿਹਾ। ਮੈਂ ਚਲਾਵਾਂਗਾ ਤੇ ਮੈਨੂੰ ਰੂਲਸ ਵੀ ਪਤਾ ਹੋਣਗੇ, ਚਲਾਣਾ ਵੀ ਆਉਣਾ ਚਾਹੀਦਾ ਹੈ, ਰੈੱਡ ਲਾਈਟ ਦੇ ਨਿਯਮ ਵੀ ਆਉਣੇ ਚਾਹੀਦੇ ਨੇ, ਨੌਲੇਜ ਵੀ ਹੋਣੀ ਚਾਹੀਦੀ ਹੈ, ਪੂਰਾ ਗਿਆਨ ਹੋਏਗਾ, ਪੂਰਾ ਗਿਆਨ। ਤਾਂ ਹੀ ਅਸੀਂ ਕੋਈ ਵੀ ਕੰਮ ਕਰ ਸਕਦੇ ਹਾਂ। ਉਸ ਕੰਮ ਨੂੰ ਕਰਨ ਨਾਲ ਸਾਨੂੰ ਕੀ ਮਿਲਦਾ ਹੈ? ਆਕਾਰ। ਹੁਣ ਜਿਵੇਂ ਇੱਕ ਤੇ ਹੋ ਗਿਆ ਬਾਹਰ ਆਕਾਰ, ਔਰ ਦੂਜਾ ਆਕਾਰ ਹੁੰਦਾ ਹੈ ਬੇਟਾ ਜਿਹੜਾ ਸਾਡਾ ਹੋਮੇ ਵਿੱਚ ਮਨ ਹੈ ਨਾ, ਉਹਨੂੰ ਕਹਿੰਦੇ ਨੇ ਖਿੰਡਿਆ ਹੋਇਆ, ਡਿਸਟਰਬ ਮਨ। ਓਕੇ। ਡਿਸਟਰਬ ਹੁੰਦਾ ਨਾ, ਸ਼ੇਕ ਹਰ ਵੇਲੇ ਡਰਿਆ, ਚਿੰਤਾ, ਫਿਕਰਾਂ, ਸਟ੍ਰੈਸ, ਕੰਪਲੇਨ ਕਰ ਰਿਹਾ ਆਪਸ ਵਿੱਚ ਹੀ। ਆਪ ਮੰਮੀ ਨੂੰ ਹੀ ਕਹਿਣ ਲੱਗ ਜਾਂਦੇ ਹੋ, ਤੁਸੀਂ ਨਾ ਤੇਜਸ ਨੂੰ ਜ਼ਿਆਦਾ ਪਿਆਰ ਕਰਦੇ ਹੋ, ਮੈਨੂੰ ਘੱਟ। ਤੁਸੀਂ ਇਹ ਚੀਜ਼ ਸਿਫਤ ਨੂੰ ਜ਼ਿਆਦਾ ਦੇ ਦਿੱਤੀ ਹੈ, ਮੈਨੂੰ ਘੱਟ। ਇਹ ਕੀ ਹੁੰਦਾ ਹੈ? ਸਾਡੇ ਕੋਲ ਅਸਲ ਗੱਲ ਦੀ ਸਮਝ ਨਾ ਹੋਣ ਕਰਕੇ ਅਸੀਂ ਅੰਦਾਜ਼ੇ ਲਗਾ ਕੇ ਕੰਪਲੇਨ ਕਰਦੇ ਹਾਂ। ਹਾਂਜੀ। ਠੀਕ ਹੈ? ਹਾਂਜੀ। ਤੋ ਇਹਨੂੰ ਅਸੀਂ ਸਮਝਾਂਗੇ ਸਾਡੇ ਖਿੰਡਿਆ ਹੋਇਆ ਮਨ, ਸਾਡਾ ਡਿਸਟਰਬ ਮਨ ਵੀ ਕੀ ਹੋ ਜਾਏਗਾ? ਸਟਰਕਚਰਡ ਹੋ ਜਾਏਗਾ, ਉਹਨੂੰ ਵੀ ਇੱਕ ਫਰੇਮ ਮਿਲ ਜਾਏਗਾ, ਉਹ ਵੀ ਇਕੱਠਾ ਹੋ ਜਾਏਗਾ। ਇਹ ਜਿਹੜਾ ਹੁਕਮੀ ਹੋਵਨ ਆਕਾਰ ਹੈ, ਅਸੀਂ ਸਭ ਜਗ੍ਹਾ ਸਮਝਣਾ ਹੈ, ਕੁਦਰਤ ਵਿੱਚ, ਸੁਸਾਇਟੀ ਵਿੱਚ, ਫੈਮਿਲੀ ਵਿੱਚ, ਆਪਣੀ ਬਾਡੀ ਵਿੱਚ, ਆਪਣੀਆਂ ਥਾਟਸ ਵਿੱਚ। ਦਾਦੀ, ਜਿਵੇਂ ਕੋਈ ਫੋਟੋ ਹੁੰਦੀ ਹੈ, ਅਸੀਂ ਅਗਰ ਸਾਨੂੰ ਉਹਨੂੰ ਦੀਵਾਰ 'ਚ ਲਗਾਉਣਾ ਹੁੰਦਾ ਹੈ, ਅਸੀਂ ਉਹਨੂੰ ਫਰੇਮ ਕਰਵਾਉਂਦੇ ਆ ਨਾ। ਹਾਂ, ਤੇ ਉਹ ਉਸੇ ਤਰੀਕੇ ਨਾਲ ਅਸੀਂ ਆਪਣੀਆਂ ਥਾਟਸ ਨੂੰ ਇੱਕ ਫਰੇਮ ਦੇ ਰਹੇ ਹਾਂ। ਕਲੀਅਰ ਹੋਈ ਗੱਲ? ਹਾਂਜੀ। ਇਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਿਤਨੇ ਐਂਗਲ ਤੋਂ ਸਾਨੂੰ ਸਮਝਾਇਆ। ਇਹਨੂੰ ਪਤਾ ਮੈਂ ਕੀ ਸਮਝਦੀ ਹਾਂ? ਅਸੀਂ ਜਦੋਂ ਗੱਡੀ ਚਲਾਉਂਦੇ ਆ ਨਾ, ਸਾਨੂੰ ਚਾਰੋਂ ਸ਼ੀਸ਼ਿਆਂ 'ਚ ਦੇਖਣਾ ਪੈਂਦਾ ਹੈ। ਇੱਕ ਡਰਾਈਵਰ ਦੇ ਸਾਈਡ ਤੇ ਲੱਗਾ ਹੈ, ਇੱਕ ਦੂਜੀ ਸਾਈਡ ਤੇ ਲੱਗਾ ਹੈ, ਇੱਕ ਫਰੰਟ ਤੇ ਸ਼ੀਸ਼ਾ ਲੱਗਾ ਹੈ, ਇੱਕ ਪਿੱਛੇ ਸ਼ੀਸ਼ਾ ਲੱਗਾ ਹੈ। ਤਾਂ ਹੀ ਗੱਡੀ ਚਲਾਈ ਜਾਂਦੀ ਹੈ ਸੋਹਣੇ ਤਰੀਕੇ ਨਾਲ। ਇਸੇ ਤਰੀਕੇ ਨਾਲ ਸਾਨੂੰ ਹਰ ਡਾਇਰੈਕਸ਼ਨ ਦੀ ਨੌਲੇਜ ਅਗਰ ਹੋਏਗੀ ਤਾਂ ਹੀ ਅਸੀਂ ਹੁਕਮ ਵਿੱਚ ਆ ਸਕਦੇ ਹਾਂ। ਤੇ ਹਰ ਡਾਇਰੈਕਸ਼ਨ ਦੀ ਨੌਲੇਜ ਦਿੰਦੇ ਕੌਣ ਨੇ? ਗੁਰਬਾਣੀ। ਉਹੀ ਤੇ ਨੁਕਸਾਨ ਵੀ ਦੱਸਦੇ ਨੇ, ਫਾਇਦੇ ਵੀ ਦੱਸਦੇ ਨੇ, ਕਾਰਨ ਵੀ ਦੱਸਦੇ ਨੇ, ਤੇ ਫਿਰ ਚਲਦੇ ਰਹੋਗੇ ਤੇ ਨਾਲ ਮਦਦ ਵੀ ਕਰਦੇ ਨੇ। ਠੀਕ ਹੈ ਬੱਚਿਓ? ਨੈਕਸਟ ਕੀ ਹੈ ਪੰਕਤੀ? ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਜੀ ਤੇ ਸਾਨੂੰ ਪਤਾ ਹੀ ਹੈ, ਸਾਰੇ ਜੀ, ਸਾਰੇ ਐਨੀਮਲਸ, ਜੀ ਜੰਤ, ਲਿਵਿੰਗ ਬੀਇੰਗਸ। ਸ਼ਾਬਾਸ਼। ਹਿਊਮਨ, ਵਰਲਡ, ਪੂਰਾ ਵਰਲਡ। ਹਾਂ, ਇਹ ਕਿਵੇਂ ਇਹਨਾਂ ਨੂੰ ਸ਼ੇਪ ਮਿਲੀ ਹੈ? ਇਹ ਕਿਵੇਂ ਆਕਾਰ ਹੋਏ ਨੇ? ਹੁਕਮ ਵਿੱਚ। ਇਹਨਾਂ ਸਾਰਿਆਂ ਨੂੰ ਜਿਹੜੀਆਂ ਵਡਿਆਈਆਂ ਮਿਲੀਆਂ, ਜਿਹੜੇ ਗੁਣ ਮਿਲੇ ਨੇ, ਜਿਹੜਾ ਜੀਵਨ ਦਾ ਤਰੀਕਾ ਦੱਸਿਆ, ਜਿਹੜਾ ਇੱਕ ਦੂਜੇ ਨੂੰ ਦੇ ਉੱਤੇ ਟੀਮ ਵਰਕ ਵਿੱਚ ਕੰਮ ਕਰਨਾ ਦੱਸਿਆ, ਉਹ ਕਿਵੇਂ ਦੱਸਿਆ? ਹੁਕਮ ਵਿੱਚ। ਠੀਕ ਹੋ ਗਿਆ? ਹਾਂਜੀ। ਨੈਕਸਟ, ਹੁਕਮੀ ਉੱਤਮ। ਉੱਤਮ ਦਾ ਮਤਲਬ ਅਸੀਂ ਸਮਝੇ ਸੀ ਨਾ? उत्तम। दादी बहुत सुंदर, ਬਹੁਤ ਸੁੰਦਰ, अति उत्तम। अति उत्तम ਅਸੀਂ ਕਹਿੰਦੇ ਆ ਜਦ ਸਾਨੂੰ ਮਤਲਬ ਕੋਈ ਅੱਛੀ ਚੀਜ਼ ਦਿਖਦੀ ਹੈ ਜਾਂ ਕੁਝ ਸੁੰਦਰ ਚੀਜ਼ ਦਿਖਤੇ ਹੈ ਤੇ ਅਸੀਂ ਕਹਿੰਦੇ ਅਤੀ ਉੱਤਮ ਹੈ ਤੇ। ਹਾਂ, ਪਰ ਦੇਖੋ ਅਸੀਂ ਪਿਛਲੀ ਪੌੜੀ ਨਾਲ ਵੀ ਰਿਲੇਟ ਕਰਨਾ ਹੈ। ਪਿਛਲੀ ਪੌੜੀ 'ਚ ਅਸੀਂ ਸਮਝੇ ਕਾਸਟ ਸਿਸਟਮ ਹੈਗਾ ਸੀ। ਹਾਂਜੀ। ਉਹ ਕਿਸੇ ਨੂੰ ਉੱਤਮ ਕਹਿੰਦੇ ਸੀ, ਕਿਸੇ ਨੂੰ ਨੀਵਾਂ ਕਹਿੰਦੇ ਸੀ। ਹਾਂਜੀ। ਹੁਣ ਹਰ ਪਾਸੋਂ ਦਾ ਗਿਆਨ ਦੇਣਾ ਨਾ। ਹਾਂਜੀ। ਗੁਰੂ ਪਾਤਸ਼ਾਹ ਕਹਿੰਦੇ ਨੇ
ਤੁਸੀਂ ਉੱਤਮ ਨੀਚ ਕਹਿ ਰਹੇ ਹੋ, ਪਰ ਸਾਰੇ ਕਰਤੇ ਦੀ ਔਲਾਦ ਹੈ, ਸਾਰਿਆਂ ਦਾ ਮਾਂ ਪਿਓ ਰੱਬ ਹੈ। ਸਾਰੇ ਕਹਿੰਦੇ ਨੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਹਾਂਜੀ ਦਾਦੀ ਇਹ ਸ਼ਬਦ ਵੀ ਹੈ। ਹਾਂ मेरा पिता तू है मेरा माता। ਹਾਂ, ਤੇ ਜੇ ਉਹ ਸਾਰਿਆਂ ਦਾ ਮਾਤਾ ਪਿਤਾ ਹੈ, ਉਹਦੇ ਵਾਸਤੇ ਉੱਤਮ ਨੀਚ ਥੋੜਾ ਨਾ ਕੋਈ ਹੈਗੇ, ਹਾਂਜੀ ਸਾਰੇ ਬੱਚੇ ਬਰਾਬਰ। ਤੇ ਫਿਰ ਅਸਲ ਵਿੱਚ ਉੱਤਮ ਨੀਚ ਕੀ ਹੈ? ਮੇਰੀਆਂ ਥਾਟਸ, ਮੇਰੇ ਖਿਆਲ। ਜਦੋਂ ਅਸੀਂ ਅਕਾਲ ਪੁਰਖ ਦੀ ਮਰਜ਼ੀ 'ਚ ਹਾਂ, ਜਦੋਂ ਅਸੀਂ ਗੁਰੂ ਦੀ ਮਰਜ਼ੀ 'ਚ ਹਾਂ, ਜਦੋਂ ਅਸੀਂ ਗੁਰੂ ਕੋਲੋਂ ਗੱਲ ਸਮਝ ਕੇ ਚੱਲ ਰਹੇ ਹਾਂ, ਫਿਰ ਸਾਡੇ ਖਿਆਲ ਉੱਤਮ ਹੋ ਗਏ। ਪਰ ਜਦੋਂ ਅਸੀਂ ਗੁਰੂ ਦੀ ਮਰਜ਼ੀ 'ਚ ਨਹੀਂ ਹਾਂ, ਆਪਣੀ ਮਰਜ਼ੀ 'ਚ ਹਾਂ, ਤੇ ਸਾਡੇ ਖਿਆਲ ਕੈਸੇ ਹੋ ਗਏ? ਨੀਵੇਂ। ਦਾਦੀ ਲਾਈਕ ਜਿਵੇਂ ਅਸੀਂ ਕਲਾਸਿਸ ਵਿੱਚ ਵੀ ਕਰਦੇ ਹਾਂ ਕਿ ਇਹ ਮੇਰੀ ਬੈਸਟ ਫਰੈਂਡ ਹੈ, ਇਹ ਮੇਰੀ ਫਰੈਂਡ ਨਹੀਂ ਹੈ, ਹਾਂ। ਇਹ ਬੜੀ ਗੰਦੀ ਹੈ। ਹਾਂ ਹਾਂ, ਤੇ ਉਹ ਮੇਰੀ ਹੋਮੇ ਹੈ, ਉਹ ਮੇਰਾ ਵੇਖਣ ਦਾ ਤਰੀਕਾ ਹੈ। ਮੇਰਾ ਮਨ ਉਸ ਵੇਲੇ ਗਲਤ ਹੈ, ਮੇਰਾ ਮਨ ਮੈਲਾ ਹੈ। ਸਾਨੂੰ ਮਤਲਬ ਉਸਦੇ ਬਾਰੇ ਥੋੜੀ ਜਿਹੀ ਮਤਲਬ ਨੌਲੇਜ ਨਹੀਂ ਹੁੰਦੀ ਕਿ ਉਹ ਵੀ ਕਿਸੇ ਵਿੱਚ ਕੁਝ ਅੱਛੀ ਹੋ ਸਕਦੀ ਹੈ। ਹਾਂ, ਉਹਦੇ 'ਚ ਵੀ ਅੱਛਾਈਆਂ ਨੇ, ਮੇਰੇ 'ਚ ਵੀ ਅੱਛਾਈਆਂ ਨੇ। ਅਸੀਂ ਦੋਨੋਂ ਡਿਫਰੈਂਟ ਆ, ਹਾਂਜੀ। ਪਰ ਹੈਗੇ ਦੋਨੋਂ ਠੀਕ, ਇਕੁਅਲ। ਦਾਦੀ ਜਿਵੇਂ ਮੇਰੀ ਕਲਾਸ ਵਿੱਚ ਬੋਲਦੇ ਨੇ ਬੱਚੇ ਤੂੰ ਤਾਂ ਬੜਾ ਲੱਕੀ ਹੈ, ਉਹ ਤਾਂ ਬੜਾ ਅਨਲੱਕੀ ਹੈ। ਹਾਂ, ਪਰ ਲੱਕੀ ਅਨਲੱਕੀ ਤਾਂ ਕੁਝ ਹੁੰਦਾ ਹੀ ਨਹੀਂ ਹੈ। ਅਸੀਂ ਕਾਪੀਰਾਈਟ ਕਰਦੇ ਹਾਂ ਵਰਡਸ ਨੂੰ। ਜੀ, ਸੋ ਉਸੇ ਨੂੰ ਕਿਹਾ ਕਿ ਮਨੁੱਖ ਉੱਤਮ ਨੀਚ ਨਹੀਂ ਹੁੰਦੇ, ਤੁਹਾਡੇ ਵਿਚਾਰ, ਤੁਹਾਡੀ ਸਮਝ ਉੱਚੀ ਨੀਵੀਂ ਹੁੰਦੀ ਹੈ, ਹਾਂਜੀ ਹੈ ਨਾ। ਅੱਗੇ ਹੈਗਾ ਹੁਕਮ ਵਿੱਚ ਨੇ ਸਾਰੇ, ਹੁਕਮ ਲਿਖ ਦੁੱਖ ਸੁੱਖ ਪਾਈਏ। ਇਹਦਾ ਮਤਲਬ ਕੀ ਹੈ? ਲਿਖ ਕੇ ਦੁੱਖ ਸੁੱਖ ਪਾਈਦਾ ਹੈ। ਬੱਚਿਓ, ਜਿਵੇਂ ਜੋ ਵੀ ਸਾਡਾ ਸੁਭਾਅ ਹੈ, ਹੁਣ ਤੇ ਅਸੀਂ ਸਮਝ ਗਏ ਕਿ ਇੱਕ ਸਾਡਾ ਬਿਨਾਂ ਗੁਰੂ ਬਾਣੀ ਤੋਂ ਜਦੋਂ ਅਸੀਂ ਦੂਰ ਹੁੰਦੇ ਹਾਂ, ਫਿਰ ਸਾਡਾ ਸੁਭਾਅ ਹੁੰਦਾ ਹੈ ਆਪਣੀਆਂ ਮਰਜ਼ੀਆਂ ਵਾਲਾ। ਉਸ ਮਰਜ਼ੀਆਂ ਵਾਲੇ ਸੁਭਾਅ ਵਿੱਚ ਅਸੀਂ ਵਿਗੜੇ ਹੋਏ ਹਾਂ, ਹੈ ਨਾ। ਅਸੀਂ ਗਲਤ ਖਾਣੇ ਖਾਂਦੇ ਹਾਂ, ਗਲਤ ਕੱਪੜੇ ਪਾਉਂਦੇ ਹਾਂ, ਗਲਤ ਬੋਲਦੇ ਹਾਂ, ਸਾਰਿਆਂ ਦੇ ਅਵਗੁਣ ਕਰਦੇ ਹਾਂ। ਗਲਤ ਕੰਮ ਕਰਦੇ ਹਾਂ, ਗਲਤ ਸੋਚਦੇ ਹਾਂ, ਔਰ ਸਾਰਿਆਂ ਦੇ ਅਵਗੁਣ ਲੱਭਦੇ ਹਾਂ। ਹਾਂ। ਉਹਦੇ ਕਰਕੇ ਸਾਡਾ ਸੁਭਾਅ ਇੱਕ ਮੇਨਟੇਨ ਚੱਲ ਰਿਹਾ ਸੀ, ਤੇ ਉਹਦੇ ਕਰਕੇ ਸਾਨੂੰ ਹਮੇਸ਼ਾ ਚਾਹੀਦੀ ਹੁੰਦੀ ਹੈ ਪ੍ਰੇਜ਼, ਸਾਡੀ ਕੋਈ ਨਿੰਦਾ ਨਾ ਕਰੇ। ਚਾਹੁੰਦੇ ਆ ਨਾ ਸਾਡੀ ਕੋਈ ਬੁਰਾਈਆਂ ਨਾ करे, पर सानू अपनी प्रेज सुनना बड़ा अच्छा लगता है। हाँ। पर कभी भी अपनी बुराइयां सुनना कभी भी अच्छा नहीं लगता। ਲਾਈਕ ਕਦੇ ਕੋਈ ਸਾਡੀ ਤਾਰੀਫ ਕਰਦਾ ਹੈ ਤਾਂ ਸਾਨੂੰ ਬੜਾ ਚੰਗਾ ਲੱਗਦਾ ਹੈ, ਪਰ ਸਾਨੂੰ ਕੋਈ ਕਦੇ ਕੋਈ ਮਾੜਾ ਕਹਿੰਦਾ ਹੈ ਤਾਂ ਸਾਨੂੰ ਬਹੁਤ ਬੁਰਾ ਲੱਗਦਾ ਹੈ। ਅਸੀਂ ਰੁੱਸ ਜਾਂਦੇ ਹਾਂ। ਅਸੀਂ ਰੁੱਸ ਜਾਂਦੇ ਹਾਂ। रूठ जाते हैं। ਜਿਵੇਂ ਮੈਂ ਇੱਕ ਪੇਂਟਿੰਗ ਬਣਾਈ ਆ ਤੇ ਮੈਂ ਅੰਮ੍ਰਿਤ ਤੋਂ ਪੁੱਛੀ ਆ ਕਿਵੇਂ ਬਣੀ ਹੈ, ਤੇ ਅੰਮ੍ਰਿਤ ਮੈਨੂੰ ਕਹਿੰਦਾ ਕਿ ਤੂੰ ਅੱਛਾ ਨਹੀਂ ਕਰਿਆ, ਤਾਂ ਮੇਰਾ ਮਨ ਵੀ ਰੁੱਸ ਜਾਂਦਾ ਹੈ। ਹਾਂ ਕਰ ਤੋ ਚਾਹੀਦਾ ਕੀ ਸੀ? ਅੱਛਾ ਵੀਰ ਜੀ, ਤੁਸੀਂ ਦੱਸੋ ਮੈਂ ਇਹਨੂੰ ਕਿਵੇਂ ਇੰਪਰੂਵ ਕਰ ਸਕਦਾ? ਇਹਨੂੰ ਰੁੱਸਣ ਵਾਲੀ ਕਿਹੜੀ ਗੱਲ ਹੈ? ਕੋਈ ਉਹ ਤੇ ਤੁਹਾਡੀ ਹੈਲਪ ਕਰ ਰਿਹਾ ਹੈ, ਤੁਹਾਡੀ ਗਲਤੀ ਦੱਸ ਕੇ ਤੁਹਾਨੂੰ ਹੈਲਪ ਕਰ ਰਿਹਾ, ਤੁਸੀਂ ਬੈਟਰ ਹੋ ਸਕਦੇ ਹੋ। ਹਾਂਜੀ। ਪਰ ਇਹ ਸਾਡੇ ਖਿਆਲ ਸੀ। ਅਸਲ ਗੱਲ ਬੱਚਿਓ, ਅਸੀਂ ਉਹ ਵਾਲਾ ਸੁਭਾਅ ਵਿੱਚ ਕਦੋਂ ਆ? ਅਸੀਂ ਨਾ ਆਪਣਾ ਸੁਭਾਅ ਇੱਥੇ ਕਿਤੇ ਆਪਣੀ ਸੋਚ ਵਿੱਚ ਲਿਖਿਆ ਹੋਇਆ ਹੈ। ਅਸੀਂ ਡਰਦੇ ਹਾਂ ਬਾਰ-ਬਾਰ, ਕਿਉਂ? ਉਹਨੂੰ ਕਹਿੰਦੇ ਅੱਛਾ, ਕਦੇ ਕਦੇ ਮੰਮੀ ਤੁਹਾਨੂੰ ਕਹਿੰਦੀ ਹੈ ਬਾਜ਼ਾਰ ਜਾਣ ਵੇਲੇ, ਬੇਟਾ ਇਹ ਇੰਨੀਆਂ ਚੀਜ਼ਾਂ ਲੈ ਆਣਾ, ਤੇ ਨਾ ਤੂੰ ਨਾ ਲਿਸਟ ਬਣਾ ਕੇ ਲੈ ਜਾ, ਭੁੱਲ ਨਾ ਜਾਈ। ਤੁਸੀਂ ਕੀ ਕਹਿੰਦੇ ਹੋ? ਨਹੀਂ ਨਹੀਂ, ਮੇਰੇ को याद है, मैंने यहाँ लिख लिया। ਹਾਂਜੀ, ਆਪਣੇ ਬ੍ਰੇਨ ਵਿੱਚ ਲਿਖ ਲੈਤਾ ਹੈ। ਮੈਂ ਆਪਣੇ ਮਾਈਂਡ ਵਿੱਚ ਲਿਖ ਲਿੱਤਾ ਹੈ, ਮੈਨੂੰ ਲਿਖਣ ਦੀ ਲੋੜ ਨਹੀਂ ਹੈ। ਇਸ ਦਾ ਮਤਲਬ ਅਸੀਂ ਮਾਈਂਡ ਵਿੱਚ ਲਿਖਨੇ ਆ। ਹਾਂਜੀ। ਉਹੀ ਗੁਰੂ ਨਾਨਕ ਪਾਤਸ਼ਾਹ ਇੱਥੇ ਸਾਨੂੰ ਗੱਲ ਸਮਝਾ ਰਹੇ ਨੇ। ਤੂੰ ਆਪਣੇ ਮਾਈਂਡ ਵਿੱਚ ਕੀ ਲਿਖਿਆ ਹੋਇਆ ਹੈ? ਤੂੰ ਆਪਣੇ ਮਾਈਂਡ ਵਿੱਚ ਕਿਸੇ ਨੂੰ ਉੱਤਮ, ਕਿਸੇ ਨੂੰ ਨੀਚਾ ਜਦੋਂ ਮੰਨ ਲੈਣਾ ਹੈ, ਫਿਰ ਤੂੰ ਆਪਣੇ ਮਾਈਂਡ ਵਿੱਚ ਦੁੱਖ ਸੁੱਖ ਵੀ ਲਿਖਦਾ ਰਹਿਣਾ, ਤੇ ਉਹੀ ਤੂੰ ਪਾਉਂਦਾ ਹੈ। ਮੈਨੂੰ ਕਿਸੇ ਨੇ ਪ੍ਰੇਜ਼ ਕੀਤਾ ਤੇ ਮੈਨੂੰ ਸੁੱਖ ਮਿਲਿਆ, ਪਰ ਜੇ ਮੈਨੂੰ ਕਿਸੇ ਨੇ ਕ੍ਰਿਟਿਸਾਈਜ਼ ਕੀਤਾ ਤੇ ਮੈਨੂੰ ਦੁੱਖ ਮਿਲਿਆ। ਸੋ ਜਦੋਂ ਮੈਂ ਦੋ ਸੁਭਾਅ ਵਿੱਚ ਰਹਿਣਾ ਵਾ ਨਾ, ਇਹ ਉਧਰੋਂ ਵੀ ਮੈਨੂੰ ਸਮਝਾਇਆ ਜਾ ਰਿਹਾ ਹੈ, ਨਾਲੇ ਜੇ ਮੈਂ ਉੱਤਮ ਹੋ ਗਿਆ ਫਿਰ ਮੈਂ ਦੁੱਖ ਸੁੱਖ ਨਹੀਂ ਪਾਵਾਂਗਾ, ਫਿਰ ਮੈਂ ਮੇਨਟੇਨ ਰਵਾਂਗਾ, ਫਿਰ ਮੈਂ ਇੱਕੋ ਸੁਭਾਅ ਵਿੱਚ ਰਵਾਂਗਾ, ਫਿਰ ਮੈਂ ਸਦਾ ਚੜ੍ਹਦੀ ਕਲਾ ਵਿੱਚ ਰਵਾਂਗਾ।
ठीक है, अगली पंक्ति दसो की है। एक ना हुक्मी बख्शीस, एक हुक्मी सदा पवाइए। ਅਸੀਂ ਬੂਝੇ ਸਮਝੇ ਸੀ, ਬੂਝੇ ਕੀ ਹੈ ਬਖਸ਼ਿਸ਼, ਬੂਝੇ ਕੀ ਹੈ ਕਿਰਪਾ, ਗੁਰੂ ਦੀ ਕਿਰਪਾ, ਗੁਰਬਾਣੀ ਦੀ। ਜਿਵੇਂ ਅਸੀਂ ਗੁਰਪ੍ਰਸਾਦ ਵਿੱਚ ਸਿੱਖਿਆ ਸੀ ਹਾਂ। ਗੁਰੂ ਦੀ ਕਿਰਪਾ। ਹਾਂ, ਤੇ ਗੁਰੂ ਦੀ ਕਿਰਪਾ ਅਸਲ ਸਾਡੇ ਤੇ ਕਦੋਂ ਹੈ ਜਦੋਂ ਗੁਰੂ ਪਾਸ਼ਾ ਦੋਨੋਂ ਪਾਸਿਆਂ ਦੀ ਸਮਝ ਦੱਸ ਦਿੰਦੇ ਨੇ। ਹਾਂਜੀ ਤੇ ਜਦ ਗੁਰੂ ਪਾਸ਼ਾ ਸਾਨੂੰ ਸਾਰੀ ਇਨਫੋਰਮੇਸ਼ਨ ਦੇ ਦਿੰਦੇ। ਹਾਂ, ਸਾਨੂੰ ਉਹਨਾਂ ਨੇ ਪੂਰਾ ਗਿਆਨ ਦੇ ਦਿੱਤਾ, ਮੇਰੇ ਤੇ ਕਿਰਪਾ ਹੋ ਗਈ, ਹੁਣ ਮੈਂ ਹੋਮੇ ਵਾਲੇ ਰਸਤੇ ਤੇ ਨਹੀਂ ਜਾਵਾਂਗਾ। ਪਰ मतलब ਉਹ ਸਾਨੂੰ ਚੋਇਸ ਉਹਨਾਂ ਨੇ ਸਾਰੇ ਕੁਝ ਇਨਫੋਰਮੇਸ਼ਨ ਦੇ ਦਿੱਤੀ, ਹੁਣ ਉਹ ਸਾਡੀ ਚੋਇਸ ਹੈਗੀ ਕਿ ਸਾਨੂੰ ਹੋਮੇ ਵਾਲੀ ਚੋਇਸ ਤੇ ਜਾਣਾ ਹੈ ਜਾਂ ਵਾਹਿਗੁਰੂ ਜੀ ਦੇ ਚੋਇਸ ਵਾਲੀ ਜਾਣਾ ਹੈ। ਵੈਰੀ ਗੁੱਡ, ਸ਼ਾਬਾਸ਼। ਇਹਨੂੰ ਕੀ ਹੈ ਇੱਕ ਨਾ ਹੁਕਮੀ ਬਖਸ਼ੀਸ਼। ਉਹਨਾਂ ਨੇ ਕਈਆਂ ਤੇ ਬਖਸ਼ਿਸ਼ ਕੀਤੀ ਹੈ। ਦੇਖੋ ਬੱਚਿਓ, ਹੁਣ ਸਵਾਲ ਤੁਹਾਡੇ ਅੰਦਰੋਂ ਉੱਠੇ ਕਿ ਉਹ ਕਿਸੇ ਤੇ ਬਖਸ਼ਿਸ਼ ਕਰਦੇ ਨੇ, ਕਿਸੇ ਤੇ ਨਹੀਂ ਕਰਦੇ। ਨਹੀਂ ਹੋ ਹੀ ਨਹੀਂ ਸਕਦਾ। ਕੋਈ ਨਹੀਂ ਸਕਦਾ ਕਿਉਂਕਿ ਉਹ ਸਾਰਿਆਂ ਨੂੰ ਇਕੁਅਲ ਟ੍ਰੀਟ ਕਰਦੇ ਨੇ, ਸਾਰਿਆਂ ਨਾਲ ਪਿਆਰ ਕਰਦੇ ਨੇ। ਰੱਬ ਜੀ ਸਾਰਿਆਂ ਦੇ ਅੰਦਰ ਹੈ ਤਾਂ ਅਸੀਂ ਸਾਰੇ ਇਕੁਅਲ ਨੇ। ਅਸੀਂ ਸਾਰੇ ਇਕੁਅਲ ਆ, ਕੋਈ ਵੀ ਅਲੱਗ ਨਹੀਂ ਹੈ। ਸ਼ਾਬਾਸ਼। ਔਰ ਉਹਨਾਂ ਦੇ ਨਾਲ ਔਰ ਰੱਬ ਜੀ ਸਾਡੇ ਨਾਲ ਗੱਲ ਵੀ ਕਰਦੇ ਨੇ। ਹਾਂ, ਸਾਨੂੰ ਅੰਦਰੋਂ ਕਦੇ ਅਸੀਂ ਕੋਈ ਡਿਸੀਜਨ ਲੈਣ ਜਾਂਦੇ ਆ ਤਾਂ ਸਾਨੂੰ ਆਪਣੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਅਸੀਂ ਇਹ ਸਹੀ ਡਿਸੀਜਨ ਲੈ ਰਹੇ ਹਾਂ ਕਿ ਇਹ ਸਾਨੂੰ ਸੋਚਣਾ ਚਾਹੀਦਾ ਕਿ ਇਹ ਗਲਤ ਡਿਸੀਜਨ ਹੈ। ਹਾਂ। ਸਾਨੂੰ ਹਾਂਜੀ ਪੌਜ਼ ਵੀ ਲੈਣਾ ਚਾਹੀਦਾ ਐਸੇ ਕਰਕੇ ਕਿ ਜਿਹੜੀ ਸਾਨੂੰ ਆਵਾਜ਼ ਆਉਂਦੀ ਹੈ ਉਹਨੂੰ ਅਸੀਂ ਚੰਗੀ ਤਰ੍ਹਾਂ ਸੁਣੀ ਹੈ। ਸੋ ਇਹਨੂੰ ਹੋ ਗਿਆ, ਕਈਆਂ ਨੇ ਤੇ ਆਵਾਜ਼ ਸੁਣਨੀ ਸ਼ੁਰੂ ਕਰਤੀ, ਪਰ ਜਿਹੜੇ ਨਹੀਂ ਸੁਣਨਾ ਚਾਹੁੰਦੇ ਉਹ ਕਹਿੰਦੇ ਨਹੀਂ ਤੂੰ ਛੋੜੋ ਬਈ ਛੋੜੋ, ਇਹ ਸਾਰੀਆਂ ਅਸੀਂ ਧਰਮ ਦੀਆਂ ਗੱਲਾਂ ਨਹੀਂ ਮੰਨਦੇ। ਫਿਰ ਕੋਈ ਕੁਝ ਬਹਾਨਾ ਮਾਰਦਾ, ਕੋਈ ਬਹਾਨਾ ਮਾਰ ਦਿੰਦਾ। ਦਾਦੀ ਉਸ ਵੇਲੇ ਤਾਂ ਉਹਨਾਂ ਦਾ ਮਨ ਬੋਲ ਰਿਹਾ ਹੁੰਦਾ ਹੈ। ਹਾਂ, ਤੇ ਜਿਹੜਾ ਮਨ ਜਦੋਂ ਬੋਲਦਾ ਹੈ ਉਹ ਕੀ ਹੋ ਗਿਆ? ਇੰਟਰਨਲ ਵੌਇਸ ਨਹੀਂ ਸੁਣਾਈ ਦਿੰਦੀ। ਹਾਂ, ਹੁਣ ਅਸੀਂ ਪੰਕਤੀ ਨੂੰ ਰਿਲੇਟ ਕਰੀਏ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਈਏ। ਪਵਾਈਏ ਕੀ ਹੋ ਗਿਆ? ਭਟਕਦੇ ਰਹਿੰਦੇ ਨੇ, ਡਿਸਟਰਬ ਰਹਿੰਦੇ ਨੇ, ਸਟ੍ਰੈਸ ਰਹਿੰਦੇ ਨੇ, ਐਂਜ਼ਾਈਟੀ ਵਿੱਚ ਰਹਿੰਦੇ ਨੇ, ਕਦੀ ਵੀ ਆਪਣੇ ਅੰਦਰ ਸਟੇਬਿਲਿਟੀ ਨਹੀਂ ਫੀਲ ਕਰਦੇ, ਕੰਟੈਂਟਮੈਂਟ ਨਹੀਂ ਫੀਲ ਕਰਦੇ, ਹੈ ਨਾ? ਉਹ ਭਟਕਦੇ ਹੀ ਰਹਿੰਦੀਆਂ ਨੇ। ਕੌਣ? ਉਹਨਾਂ ਦੀਆਂ ਥਾਟਸ, ਉਹਨਾਂ ਦੀਆਂ ਅਕਲ। ਹੁਣ ਅਕਲ ਔਰ ਕੰਮ लिंक होंदे ने, जैसी अक्ल वैसे बोल वैसे कम। ठीक है बच्चों? हाँ जी। पूरी पौड़ी समझ आ रही है सानू? हाँ जी। एक बारी पौड़ी फिर पढ़ लो, फिर सानू पूरा क्लियर हो जाएगा कि सानू आज दी पौड़ी गुरु पातशाह ने अपनी बाणी राही चंगी तरह समझा देती। ठीक है, पढ़ो फिर। हुक्मी होवन आकार, हुक्म ना कहया जाई, हुक्मी होवन जी, हुक्म मिले वड्याई। हुक्मी उत्तम नीच, हुक्म लिख दुख सुख पाइए। एक ना हुक्मी बख्शीस, एक हुक्मी सदा पवाइए। हुक्म अंदर सबको, बाहर हुक्म ना कोए। नानक हुक्म जे बुझे, ताहौमै कहे ना कोई। वाहिगुरु जी का खालसा, वाहिगुरु जी की फतेह।